प्यारे बच्चों ਅੱਜ ਆਪਾਂ ਜਿਹੜਾ ਹੈਗਾ NTSC ਦਾ ਇੱਕ ਬਹੁਤ ਹੀ ਇੰਪੋਰਟੈਂਟ ਚੈਪਟਰ ਕੈਮਿਸਟਰੀ ਦਾ ਡਿਸਕਸ ਕਰਨ ਜਾ ਰਹੇ ਹਾਂ। ਉਹ ਹੈਗਾ ਆਪਣਾ ਕਾਰਬਨ ਐਂਡ ਇਟਸ ਕੰਪਾਊਂਡਸ। ਠੀਕ ਹੈ ਬੇਟਾ, ਇਹ ਇੱਕ ਅਜਿਹਾ ਚੈਪਟਰ ਹੈ ਜਿਸ ਵਿੱਚੋਂ ਆਲਮੋਸਟ ਹਰ ਸਾਲ ਇੱਕ ਅੱਧਾ ਕੁਐਸਚਨ ਤਾਂ NTSC ਦੇ ਪੇਪਰ ਦੇ ਵਿੱਚ ਜ਼ਰੂਰ ਆਉਂਦਾ ਹੈਗਾ। ਸਭ ਤੋਂ ਪਹਿਲਾਂ ਆਪਾਂ ਜਨਰਲ ਇੰਟਰੋਡਕਸ਼ਨ ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਕਾਰਬਨ ਇੱਕ ਅਜਿਹਾ ਐਟਮ ਹੈ, ਇੱਕ ਅਜਿਹਾ ਤੱਤ ਹੈ ਜਿਸ ਦੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਯੌਗਿਕ ਪਾਏ ਜਾਂਦੇ ਨੇ। ਇੱਕ ਅਜਿਹਾ ਤੱਤ ਹੈ ਜਿਸ ਦੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਯੌਗਿਕ ਪਾਏ ਜਾਂਦੇ ਨੇ। ਬਾਕੀ ਸਾਰੇ ਤੱਤਾਂ ਦੇ ਯੌਗਿਕ ਇੱਕ ਤਰਫ ਅਤੇ ਇਕੱਲੇ ਕਾਰਬਨ ਦੇ ਯੌਗਿਕ ਇੱਕ ਤਰਫ। ਤਾਂ ਆਪਾਂ ਜੇ ਇਹਨਾਂ ਦੀ ਕਾਊਂਟਿੰਗ ਕਰਨੀ ਸ਼ੁਰੂ ਕਰੀਏ ਤਾਂ ਤੁਸੀਂ ਸ਼ਾਇਦ ਇਹ ਕਹਿ ਸਕਦੇ ਹੋ ਅਨਕਾਊਂਟੇਬਲ ਜਿਹੜੇ ਕੰਪਾਊਂਡਸ ਨੇ, ਅਨਕਾਊਂਟੇਬਲ ਯੌਗਿਕ ਜਿਹੜੇ ਹੈਗੇ ਨੇ ਕਾਰਬਨ ਦੇ ਆਪਾਂ ਨੂੰ ਮਿਲਦੇ ਨੇ। ਜੇ ਕਾਰਬਨ ਦੀ ਆਪਾਂ ਪਰਮਾਣੂ ਸੰਖਿਆ ਅਟੋਮਿਕ ਨੰਬਰ ਦੀ ਗੱਲ ਕਰੀਏ ਤਾਂ ਕਾਰਬਨ ਦਾ ਜਿਹੜਾ ਅਟੋਮਿਕ ਨੰਬਰ ਹੈ, ਅਟੋਮਿਕ ਨੰਬਰ ਮਤਲਬ ਪਰਮਾਣੂ ਸੰਖਿਆ ਹੈਗੀ, ਉਹ ਕੀ ਹੈਗੀ 6। ਠੀਕ ਹੈ ਬੇਟਾ, ਅਟੋਮਿਕ ਨੰਬਰ ਪਰਮਾਣੂ ਸੰਖਿਆ ਉਹ 6 ਹੈਗੀ। ਅਤੇ ਅਟੋਮਿਕ ਮਾਸ ਮਤਲਬ ਪਰਮਾਣੂ ਪੁੰਜ ਜਿਹੜਾ ਹੈਗਾ ਅਟੋਮਿਕ ਮਾਸ ਪਰਮਾਣੂ ਪੁੰਜ ਜਿਹੜਾ ਹੈਗਾ ਉਹ ਹੈਗਾ 12 ਐਟੋਮਿਕ ਮਾਸ ਯੂਨਿਟ। ਠੀਕ ਹੈ ਬੇਟਾ, ਅਟੋਮਿਕ ਨੰਬਰ 6, ਅਟੋਮਿਕ ਮਾਸ 12 AMU, ਅਟੋਮਿਕ ਮਾਸ ਯੂਨਿਟ ਦੇ ਨਾਲ ਆਪਾਂ ਇਹਨੂੰ ਲਿਖ ਦਿਆਂਗੇ। ਤਾਂ ਕਾਰਬਨ ਜਿਹੜਾ ਹੈਗਾ ਇਸ ਤੋਂ ਬਾਅਦ ਆਪਾਂ ਇਹਦੀ ਗੱਲ ਕਰਦੇ ਹਾਂ ਕਿ ਕਾਰਬਨ ਦੀ ਇਲੈਕਟ੍ਰੋਨਿਕ ਤਰਤੀਬ ਕੀ ਹੈ, ਇਲੈਕਟ੍ਰੋਨਿਕ ਕੌਨਫੀਗਰੇਸ਼ਨ ਕੀ ਹੈਗੀ। ਇਲੈਕਟ੍ਰੋਨਿਕ ਕੌਨਫੀਗਰੇਸ਼ਨ ਕਰਨ ਤੋਂ ਬਾਅਦ ਵੈਲੈਂਸੀ ਡਿਸਕਸ ਕਰਾਂਗੇ, ਸੰਯੋਜਕਤਾ ਡਿਸਕਸ ਕਰਾਂਗੇ। ਬੇਟਾ ਕਾਰਬਨ ਦਾ ਅਟੋਮਿਕ ਨੰਬਰ 6 ਹੈ, ਤਾਂ 6 ਹੋਣ ਕਰਕੇ ਕੀ ਹੈਗਾ ਇਹਦੇ ਜਿਹੜੇ ਪਹਿਲੇ ਸ਼ੈੱਲ ਦੇ ਵਿੱਚ 2 ਅਤੇ ਦੂਜੇ ਸ਼ੈੱਲ ਦੇ ਵਿੱਚ ਜਿਹੜੇ 4 ਇਲੈਕਟ੍ਰੋਨ ਹੋਣਗੇ। ਤਾਂ ਜਿਹੜਾ ਕਾਰਬਨ ਹੈ, ਕਾਰਬਨ ਦੇ ਵਿੱਚ ਆਪਾਂ ਕਿਵੇਂ ਬਣਾਵਾਂਗੇ ਫਿਰ, ਪਹਿਲਾ ਸ਼ੈੱਲ ਉਹਦੇ ਵਿੱਚ 2 ਇਲੈਕਟ੍ਰੋਨ ਅਤੇ ਦੂਜਾ ਸ਼ੈੱਲ ਉਹਦੇ ਵਿੱਚ ਜਿਹੜੇ ਹੈਗੇ ਨੇ 4 ਇਲੈਕਟ੍ਰੋਨ ਆਪਾਂ ਡਿਸਕਸ ਕਰਾਂਗੇ। ਠੀਕ ਹੈ ਬੇਟਾ, ਇਹਦੀ ਜਿਹੜੀ ਇਲੈਕਟ੍ਰੋਨਿਕ ਤਰਤੀਬ ਹੈ, ਇਲੈਕਟ੍ਰੋਨਿਕ ਤਰਤੀਬ ਜਾਂ ਜਿਹਨੂੰ ਆਪਾਂ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਕਹਾਂਗੇ, 2 ਪਹਿਲੇ ਸ਼ੈੱਲ ਦੇ ਵਿੱਚ, ਦੂਜੇ ਸ਼ੈੱਲ ਦੇ ਵਿੱਚ 4 ਇਲੈਕਟ੍ਰੋਨ ਜਿਹੜੇ ਹੈਗੇ ਨੇ ਕਾਰਬਨ ਦੇ ਮੌਜੂਦ ਹੁੰਦੇ ਨੇ। ਤਾਂ ਇਹਦੇ ਜਿਹੜੇ ਬਾਹਰ ਵਾਲਾ ਸ਼ੈੱਲ ਹੈ ਜਿਹਨੂੰ ਅਸੀਂ ਵੈਲੈਂਸ ਇਲੈਕਟ੍ਰੋਨ ਕਹਿੰਦੇ ਹਾਂ, ਆਊਟਰ ਮੋਸਟ ਸ਼ੈੱਲ ਦੇ ਵਿੱਚ ਬਾਹਰ ਵਾਲੇ ਸ਼ੈੱਲ ਦੇ ਵਿੱਚ ਜਿਹੜੇ ਇਲੈਕਟ੍ਰੋਨ ਹੁੰਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਵੈਲੈਂਸ ਇਲੈਕਟ੍ਰੋਨ। ਇਹਦੇ ਵਿੱਚ ਵੈਲੈਂਸ ਇਲੈਕਟ੍ਰੋਨ ਕਿੰਨੇ ਨੇ 4 ਵੈਲੈਂਸ ਇਲੈਕਟ੍ਰੋਨ ਹੋਣ ਕਰਕੇ ਇਹਦੀ ਜਿਹੜੀ ਸੰਯੋਜਕਤਾ ਹੈ, ਮੀਨਸ ਜਿਹੜੀ ਇਹਦੀ ਵੈਲੈਂਸੀ ਹੈ ਉਹ ਕਿੰਨੀ ਬਣਦੀ ਹੈ ਬੇਟਾ, ਵੈਲੈਂਸੀ 4 ਬਣਦੀ ਹੈ। ਵੈਲੈਂਸੀ 4 ਬਣਦੀ ਹੈ ਤਾਂ ਹੁਣ ਇਹਦਾ ਮਤਲਬ 3 ਚੀਜ਼ਾਂ ਹੋ ਸਕਦੀਆਂ ਨੇ ਇਹਦੇ ਵਿੱਚ, ਵੀ ਜਾਂ ਤਾਂ 4 ਇਲੈਕਟ੍ਰੋਨ ਲੂਜ਼ ਕਰ ਲਏ, ਜਾਂ 4 ਇਲੈਕਟ੍ਰੋਨ ਗੇਨ ਕਰ ਲਏ, ਜਾਂ 4 ਇਲੈਕਟ੍ਰੋਨ ਸ਼ੇਅਰ ਕਰ ਲਏ। ਠੀਕ ਹੈ, ਪਰ ਕਾਰਬਨ ਇੱਕ ਅਜਿਹਾ ਤੱਤ ਹੈ ਉਹ ਨਾ ਤਾਂ 4 ਇਲੈਕਟ੍ਰੋਨ ਲੂਜ਼ ਕਰ ਸਕਦਾ, ਨਾ 4 ਇਲੈਕਟ੍ਰੋਨ ਗੇਨ ਕਰ ਸਕਦਾ, ਨਾ ਤਾਂ ਪ੍ਰਾਪਤ ਕਰ ਸਕਦਾ 4 ਇਲੈਕਟ੍ਰੋਨ, ਨਾ ਹੀ 4 ਇਲੈਕਟ੍ਰੋਨ ਗਵਾ ਕੇ ਸਥਿਰ ਹੋ ਸਕਦਾ। ਫਿਰ ਇਹ ਸਥਿਰ ਕਿਵੇਂ ਹੁੰਦਾ, ਇਹਨੂੰ ਸਥਿਰ ਹੋਣ ਵਾਸਤੇ 4 ਇਲੈਕਟ੍ਰੋਨ ਸਾਂਝੇ ਕਰਨੇ ਪੈਂਦੇ ਨੇ, ਸ਼ੇਅਰ ਕਰਨੇ ਪੈਂਦੇ ਨੇ ਕਿਸੇ ਹੋਰ ਤੱਤ ਦੇ ਨਾਲ, ਤਾਂ ਕਿ ਇਹ ਆਪਦਾ ਆਕਟੇਟ ਜਿਹੜਾ ਹੈਗਾ ਮਤਲਬ ਬਾਹਰ ਵਾਲੇ ਸ਼ੈੱਲ ਦੇ ਵਿੱਚ 8 ਇਲੈਕਟ੍ਰੋਨ ਪੂਰੇ ਕਰ ਸਕੇ। ਹੁਣ ਇਹ 4 ਇਲੈਕਟ੍ਰੋਨ ਗਵਾ ਕਿਉਂ ਨਹੀਂ ਸਕਦਾ, ਜਾਂ 4 ਇਲੈਕਟ੍ਰੋਨ ਇਹ ਲੈ ਕਿਉਂ ਨਹੀਂ ਸਕਦਾ, ਪ੍ਰਾਪਤ ਕਿਉਂ ਨਹੀਂ ਕਰ ਸਕਦਾ, ਲੂਜ਼ ਜਾਂ ਗੇਨ ਕਿਉਂ ਨਹੀਂ ਕਰ ਸਕਦਾ, ਆਪਾਂ ਇਹਦੀ ਗੱਲ ਕਰੀਏ ਪਹਿਲਾਂ। ਬੇਟਾ ਹੁਣ ਦੇਖੋ ਕਾਰਬਨ ਜਿਹੜਾ ਹੈਗਾ ਉਹ ਇੱਕ ਬਹੁਤ ਛੋਟਾ ਤੱਤ ਹੈਗਾ। ਕਾਰਬਨ ਇੱਕ ਬਹੁਤ ਛੋਟਾ ਤੱਤ ਹੈ, ਇਹਦੇ ਕਰਕੇ ਕੀ ਹੈਗਾ ਜੇ ਆਪਾਂ ਇਹਦੇ ਦੂਜੇ ਸ਼ੈੱਲ ਦੇ ਵਿੱਚ, ਦੂਜਾ ਸ਼ੈੱਲ ਇਹਦਾ ਬਾਹਰ ਵਾਲਾ ਸ਼ੈੱਲ ਹੈ ਨਾ, ਆਊਟਰਮੋਸਟ ਸ਼ੈੱਲ ਇਹਦਾ ਦੂਜਾ ਸ਼ੈੱਲ ਹੈ, ਜੇ ਮੈਂ ਇਹਦੇ ਵਿੱਚ ਇਲੈਕਟ੍ਰੋਨ ਐਡ ਕਰਾਂ, ਠੀਕ ਹੈ, ਤਾਂ ਜਿਹੜੇ ਪਹਿਲਾਂ ਤੋਂ ਮੌਜੂਦ ਇਲੈਕਟ੍ਰੋਨ ਨੇ ਉਹ ਇਹਨੂੰ ਕੀ ਕਰਨਗੇ, ਪ੍ਰਤੀਕਰਸ਼ਿਤ ਕਰਨਗੇ। ਇੱਕ ਇਲੈਕਟ੍ਰੋਨ ਐਡ ਹੋ ਵੀ ਸਕਦਾ, ਪਰ ਜਦੋਂ ਆਪਾਂ ਇਹਦੇ ਵਿੱਚ 4 ਇਲੈਕਟ੍ਰੋਨ ਐਡ ਕਰਾਂਗੇ ਤਾਂ ਇਹਦੇ ਵਿੱਚ ਜਿਹੜੇ ਪਹਿਲਾਂ ਤੋਂ ਮੌਜੂਦ ਇਲੈਕਟ੍ਰੋਨ ਨੇ ਇਹਨਾਂ 4 ਨਵੇਂ ਆਇਆ ਇਲੈਕਟ੍ਰੋਨਾਂ ਨੂੰ ਇੰਨਾ ਕੁ ਰਿਪੈਲ ਕਰਨਗੇ, ਇੰਨਾ ਕੁ ਪ੍ਰਤੀਕਰਸ਼ਿਤ ਕਰਨਗੇ ਕਿ ਇਹ ਜਿਹੜਾ ਐਟਮ ਹੈ ਆਪਣਾ ਤੱਤ ਹੈ ਸਟੇਬਲ ਹੋਣ ਦੀ ਬਜਾਏ ਅਨਸਟੇਬਲ ਹੋ ਜਾਊਗਾ, ਸਥਿਰ ਹੋਣ ਦੀ ਬਜਾਏ ਅਸਥਿਰ ਹੋ ਜਾਊਗਾ। ਇਸ ਕਰਕੇ ਇਹਦੇ ਵਿੱਚ ਨਵੇਂ 4 ਇਲੈਕਟ੍ਰੋਨਾਂ ਨੂੰ ਐਡ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਆਪਾਂ ਨੇ ਐਡ ਕਿਉਂ ਕਰਨੇ ਸੀ, ਇਹਨੂੰ ਸਟੇਬਲ ਕਰਨ ਲਈ, ਇਹਦਾ ਆਕਟੇਟ ਕਿਉਂ ਕੰਪਲੀਟ ਕਰਨਾ ਹੈ, ਸਥਿਰ ਕਰਨ ਦੇ ਲਈ। ਪਰ ਜੇ ਅਸਥਿਰ ਹੋ ਗਿਆ ਤਾਂ ਫਿਰ ਇਹਦੇ 4 ਇਲੈਕਟ੍ਰੋਨ ਐਡ ਕਰਨ ਦਾ ਕੋਈ ਫਾਇਦਾ ਨਹੀਂ। ਹੁਣ ਆਪਾਂ ਗੱਲ ਕਰੀਏ ਕਿ ਇਹਦੇ ਵਿੱਚ ਆਪਾਂ 4 ਇਲੈਕਟ੍ਰੋਨ ਕੱਢ ਕਿਉਂ ਨਹੀਂ ਸਕਦੇ। ਜੇ ਕਈ ਤਾਂ ਟਾਈਮ ਵੀ ਤਾਂ ਕਰਦੇ ਨੇ ਨਾ ਵੀ ਉਹਨਾਂ ਦੇ ਬਾਹਰ ਵਾਲੇ ਸ਼ੈੱਲ 'ਚੋਂ ਇਲੈਕਟ੍ਰੋਨ ਕੱਢੇ ਜਾਂਦੇ ਨੇ। ਜੇ ਆਪਾਂ ਇਹਦੇ 'ਚੋਂ ਬਾਹਰ ਵਾਲੇ ਸ਼ੈੱਲ 'ਚੋਂ ਇਲੈਕਟ੍ਰੋਨ ਰਿਮੂਵ ਕਰ ਦਈਏ, ਕੱਢ ਦਈਏ, ਗਵਾ ਦਈਏ ਇਹਦੇ, ਤਾਂ ਕੀ ਹੋਊਗਾ।
ਹੁਣ ਜਦੋਂ ਕਿਸੇ ਵੀ ਤੱਤ ਦੇ ਵਿੱਚੋਂ ਇਲੈਕਟ੍ਰੋਨ ਕੱਢੇ ਜਾਂਦੇ ਨੇ ਤਾਂ ਉਹਦੇ ਵਾਸਤੇ ਆਪਾਂ ਨੂੰ ਉਸ ਤੱਤ ਨੂੰ, ਉਸ ਐਟਮ ਨੂੰ ਕੁਛ ਊਰਜਾ, એનર્ਜੀ ਦੇਣੀ ਪੈਂਦੀ ਹੈ। ਠੀਕ ਹੈ, ਅਤੇ ਇਹਦੇ ਵਿੱਚੋਂ ਆਹ 4 ਇਲੈਕਟ੍ਰੋਨਾਂ ਨੂੰ ਕੱਢਣ ਵਾਸਤੇ, ਇਹਨਾਂ 4 ਇਲੈਕਟ੍ਰੋਨਾਂ ਨੂੰ ਜੇ ਰਿਮੂਵ ਕਰਨਾ ਹੋਵੇ ਤਾਂ ਜਿਹੜੀ ਪ੍ਰੈਕਟੀਕਲੀ ਇਹਨੂੰ એનર્ਜੀ ਦੇਣੀ ਪਊਗੀ ਉਹ ਇੰਨੀ ਜ਼ਿਆਦਾ ਹੋਊਗੀ ਕਿ ਜਿਹੜੀ ਪ੍ਰੈਕਟੀਕਲ ਕੇਸ ਦੇ ਵਿੱਚ ਪੋਸੀਬਲ ਨਹੀਂ ਹੁੰਦੀ। ਇਸ ਕਰਕੇ ਜਿਹੜਾ ਕਾਰਬਨ ਹੈ ਨਾ ਤਾਂ ਉਹ 4 ਇਲੈਕਟ੍ਰੋਨ ਗੇਨ ਕਰਦਾ ਅਤੇ ਨਾ 4 ਇਲੈਕਟ੍ਰੋਨ ਲੂਜ਼ ਕਰਦਾ, ਨਾ ਤਾਂ ਪ੍ਰਾਪਤ ਕਰ ਸਕਦਾ ਅਤੇ ਨਾ ਹੀ ਗਵਾ ਸਕਦਾ। ਇਸ ਕਰਕੇ ਇਹ 4 ਦੇ 4 ਇਲੈਕਟ੍ਰੋਨ ਸ਼ੇਅਰ ਕਰਦਾ ਹੈਗਾ। ਸ਼ੇਅਰ ਕਰਕੇ ਫਿਰ ਇਹ ਕੀ ਕਰਦਾ ਹੈਗਾ, ਸਹਿਸੰਯੋਜੀ, ਸਹਿਸੰਯੋਜੀ ਮਤਲਬ ਕੋਵਲੈਂਟ ਬੌਂਡ ਬਣਾਉਂਦਾ। ਕਿਹੜਾ ਬੌਂਡ ਬਣਾਉਂਦਾ? ਕੋਵਲੈਂਟ ਬੌਂਡ ਬਣਾਉਂਦਾ ਹੈਗਾ। ਠੀਕ ਹੈ ਬੇਟਾ, ਕੋਵਲੈਂਟ ਬੌਂਡ, ਜਾਂ ਜਿਹਨੂੰ ਅਸੀਂ ਕੀ ਕਹਿੰਦੇ ਹਾਂ, ਸਹਿਸੰਯੋਜੀ ਬੰਧਨ। ਕੋਵਲੈਂਟ ਬੌਂਡ ਪਾਉਂਦਾ ਇਹਦੇ ਵਿੱਚ। ਠੀਕ ਹੈ, 4 ਕੋਵਲੈਂਟ ਬੌਂਡ ਦੇਖਣ ਨੂੰ ਮਿਲਣਗੇ। ਇਹ 4 ਕੋਵਲੈਂਟ ਬੌਂਡ ਜਿਹੜੇ ਹੋ ਸਕਦੇ ਹੈ, ਕੈਰੇ ਕੈਰੇ ਵੀ ਹੋ ਸਕਦੇ ਹੈ, ਦੂਰੇ ਵੀ ਹੋ ਸਕਦੇ ਹੈ, ਤੀਰੇ ਵੀ ਹੋ ਸਕਦੇ। ਕਹਿਣ ਦਾ ਮਤਲਬ ਕਾਰਬਨ ਜਿਹੜਾ ਹੈਗਾ ਕੈਰੇ, ਦੂਰੇ ਅਤੇ ਤੀਰੇ ਤਿੰਨੇ ਤਰ੍ਹਾਂ ਦੇ ਜਿਹੜੇ ਹੈਗੇ ਹੈ, ਸਿੰਗਲ, ਡਬਲ ਅਤੇ ਟ੍ਰਿਪਲ, ਤਿੰਨੋਂ ਤਰ੍ਹਾਂ ਦੇ ਜਿਹੜੇ ਹੈਗੇ ਆ ਬੌਂਡ ਬਣਾਉਂਦਾ ਹੈਗਾ। ਕਾਰਬਨ ਦੇ ਕਾਰਬਨ ਆਪਸ ਵੀ ਬਣਾ ਸਕਦਾ ਹੈ, ਕਾਰਬਨ ਕਾਰਬਨ ਦੇ ਵਿੱਚ ਵੀ ਕੈਰਾ, ਦੂਰਾ ਅਤੇ ਤੀਰਾ ਬੰਧਨ ਬਣਾ ਸਕਦਾ ਹੈ, ਅਤੇ ਹੋਰ ਜਿਹੜੇ ਤੱਤ ਹੈ ਉਹਨਾਂ ਦੇ ਨਾਲ ਵੀ ਇਹ ਬੰਧਨ ਬਣਾ ਸਕਦਾ ਹੈ। ਜਿਵੇਂ ਕਿ ਆਕਸੀਜਨ ਦੇ ਨਾਲ ਦੂਰਾ ਬੰਧਨ ਬਣਾਉਂਦਾ ਹੈ, ਨਾਈਟ੍ਰੋਜਨ ਦੇ ਨਾਲ ਬਣਾਉਂਦਾ ਹੈਗਾ, ਦੂਰੇ ਤੀਰੇ ਕੋਈ ਵੀ ਇਸ ਤਰ੍ਹਾਂ ਦੇ ਬਣਾ ਸਕਦਾ ਹੈਗਾ। ਠੀਕ ਹੈ ਬੇਟਾ, ਇਸ ਤੋਂ ਬਾਅਦ ਆਪਾਂ ਜਿਹੜਾ ਇੱਕ ਟੌਪਿਕ ਹੋਰ ਡਿਸਕਸ ਕਰਨਾ ਹੈਗਾ ਅੱਜ ਇਸ ਟੌਪਿਕ ਦਾ, ਉਹ ਹੈਗਾ ਭਿੰਨ ਰੂਪਤਾ। ਭਿੰਨ ਰੂਪਤਾ 'ਤੇ ਵੀ ਕਈ ਵਾਰ ਕੁਐਸਚਨ ਆਉਂਦਾ ਹੈਗਾ, ਤਾਂ ਇਹਨੂੰ ਜਿਹੜਾ ਹੈਗੇ ਆਪਾਂ ਡਿਟੇਲ ਦੇ ਵਿੱਚ, ਠੀਕ ਹੈ, ਡਿਟੇਲ ਦੇ ਵਿੱਚ ਡਿਸਕਸ ਆਪਾਂ ਨੇ ਕਰਨਾ ਹੈਗਾ। ਭਿੰਨ ਰੂਪਤਾ ਕੀ ਹੁੰਦੀ ਹੈ ਆਪਣੀ? ਭਿੰਨ ਰੂਪਤਾ, ਜਿਹੜਾ ਆਪਣਾ ਕਾਰਬਨ ਹੈ ਉਹ 3 ਭਿੰਨ ਰੂਪਾਂ ਦੇ ਵਿੱਚ ਆਪਣੇ ਕੋਲ ਮਿਲਦਾ ਹੈਗਾ। ਕਾਰਬਨ ਦੇ 3 ਭਿੰਨ ਰੂਪ ਆਪਾਂ ਸਟੱਡੀ ਕਰਦੇ ਹਾਂ। ਜਨਰਲੀ ਜਿਹੜੇ ਆਪਾਂ ਕਾਰਬਨ ਦੇ ਭਿੰਨ ਰੂਪ ਸਟੱਡੀ ਕਰਦੇ ਹਾਂ ਉਹ 2 ਹੁੰਦੇ ਨੇ। ਇੱਕ ਤਾਂ ਗ੍ਰੇਫਾਈਟ, ਗ੍ਰੇਫਾਈਟ, ਅਤੇ ਦੂਜਾ ਤੁਹਾਡੇ ਕੋਲ ਡਾਇਮੰਡ, ਜਿਹਨੂੰ ਤੁਸੀਂ ਹੀਰਾ ਕਹਿੰਦੇ ਹੋ, ਡਾਇਮੰਡ ਜਾਂ ਫਿਰ ਹੀਰਾ। ਤੀਜਾ ਜਿਹੜਾ ਜਨਰਲੀ ਸਟੱਡੀ ਨਹੀਂ ਕੀਤਾ ਜਾਂਦਾ ਉਹ ਹੈਗਾ ਬਕਮਿੰਸਟਰ ਫਲੋਰੀਨ, ਬਕਮਿੰਸਟਰ ਫਲੋਰੀਨ। ਇਹ ਜਿਹੜੇ ਸਾਇੰਟਿਸਟ ਨੇ ਇਹਦੀ ਸਟੱਡੀ ਕੀਤੀ ਸੀ ਉਹਨਾਂ ਦੇ ਨਾਮ 'ਤੇ ਰੱਖਿਆ ਹੋਇਆ ਹੈਗਾ। ਬਕਮਿੰਸਟਰ ਨੇ ਜਿਹੜੀ ਹੈਗੀ ਆ ਬਕਮਿੰਸਟਰ ਫਲੋਰੀਨਸ ਦੀ ਸਟੱਡੀ ਕੀਤੀ ਸੀ, ਇਸ ਕਰਕੇ ਉਹਨਾਂ ਦੇ ਨਾਮ 'ਤੇ ਇਹਨੂੰ ਬਕਮਿੰਸਟਰ ਫਲੋਰੀਨਸ ਕਿਹਾ ਜਾਂਦਾ ਹੈਗਾ। ਠੀਕ ਹੈ ਬੇਟਾ, ਹੁਣ ਜਿਹੜਾ ਗ੍ਰੇਫਾਈਟ ਹੈ, ਗ੍ਰੇਫਾਈਟ ਜਿਹੜਾ ਹੈਗਾ ਅੱਗੇ 3 ਹੋਰ ਕਾਰਬਨ ਦੇ ਨਾਲ ਜੁੜਿਆ ਹੁੰਦਾ। ਗ੍ਰੇਫਾਈਟ ਅੱਗੇ 3 ਹੋਰ ਕਾਰਬਨ ਦੇ ਨਾਲ ਜੁੜਿਆ ਹੁੰਦਾ, ਤਾਂ ਇਹਦੇ ਵਿੱਚ ਇੱਥੋਂ ਇਹ ਪਤਾ ਲੱਗਦਾ ਕਿਉਂਕਿ ਇਹਦੀ ਸੰਯੋਜਕਤਾ ਤਾਂ 4 ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਇਹਦੇ ਵਿੱਚ ਕੀ ਹੋਊਗਾ, ਦੂਰਾ ਬੰਧਨ ਹੋਊਗਾ। ਜਦਕਿ ਜੇ ਆਪਾਂ ਹੀਰੇ ਦੀ ਗੱਲ ਕਰੀਏ, ਹੀਰਾ 4 ਹੋਰ ਕਾਰਬਨ ਦੇ ਨਾਲ ਜੁੜਿਆ ਹੁੰਦਾ ਹੈਗਾ। ਹੀਰਾ 4 ਹੋਰ ਕਾਰਬਨ ਦੇ ਨਾਲ ਜੁੜਿਆ ਹੁੰਦਾ ਹੈਗਾ। ਠੀਕ ਹੈ, ਜਿਹਦੇ ਕਰਕੇ ਇਹਦੇ ਵਿੱਚ ਸਾਰੇ ਦੇ ਸਾਰੇ ਇਕਹਿਰੇ ਬੰਧਨ ਹੁੰਦੇ ਨੇ। ਬਕਮਿੰਸਟਰ ਫਲੋਰੀਨਸ ਦੀ ਗੱਲ ਕਰੀਏ ਤਾਂ ਬਕਮਿੰਸਟਰ ਫਲੋਰੀਨਸ ਦੇ ਵਿੱਚ ਬਕਮਿੰਸਟਰ ਫਲੋਰੀਨ ਇੱਕ ਫੁੱਟਬਾਲ ਵਰਗਾ ਸਟਰਕਚਰ ਹੁੰਦਾ, ਜਿਹਦੇ ਵਿੱਚ ਤੁਹਾਡੇ ਕੋਲ ਪੈਂਟਾਗਨਲ ਅਤੇ ਹੈਕਸਾਗਨਲ ਰਿੰਗਸ ਹੁੰਦੀਆਂ ਨੇ। ਇਸ ਤਰ੍ਹਾਂ ਬੇਟਾ, ਇਸ ਤਰ੍ਹਾਂ ਜਿਹੜਾ ਕਾਰਬਨ ਹੈਗਾ ਹੋਰ ਕਾਰਬਨਸ ਦੇ ਨਾਲ ਜੁੜ ਕੇ ਪੈਂਟਾਗਨਲ ਅਤੇ ਹੈਕਸਾਗਨਲ ਦੀਆਂ ਰਿੰਗਸ ਬਣਾਉਂਦਾ ਹੈਗਾ। ਠੀਕ ਹੈ ਬੇਟਾ, ਆਹ ਤੁਹਾਡੇ ਕੋਲ ਕੀ ਹੈ, ਪੈਂਟਾਗਨਲ ਅਤੇ ਹੈਕਸਾਗਨਲ ਦੀਆਂ ਰਿੰਗਸ ਇਹਦੇ ਵਿੱਚ ਬਣਦੀਆਂ ਨੇ। ਤਾਂ ਜਨਰਲੀ ਜਿਹੜਾ ਪਹਿਲਾ ਸਟੱਡੀ ਹੋਇਆ ਸੀ ਕਾਰਬਨ 60 ਸੀਗਾ। ਬਕਮਿੰਸਟਰ ਫਲੋਰੀਨ ਦਾ ਜਿਹੜਾ ਆਪਣਾ ਪਹਿਲਾ ਸਟਰਕਚਰ ਸਟੱਡੀ ਹੋਇਆ ਸੀ ਉਹਦੇ ਵਿੱਚ ਕਾਰਬਨ ਦੇ 60 ਐਟਮ ਸੀਗੇ, ਕਾਰਬਨ ਦੇ 60 ਤੱਤ ਸੀ। ਉਸ ਤੋਂ ਬਾਅਦ 70 ਵਾਲੇ ਵੀ ਆਪਣੇ ਕੋਲ ਅਤੇ ਹੋਰ ਕਈ ਜਿਹੜੇ ਹੈਗੇ ਬਕਮਿੰਸਟਰ ਫਲੋਰੀਨਸ ਆਪਣੇ ਕੋਲ ਡਿਸਕਵਰ ਹੋਈਆਂ। ਠੀਕ ਹੈ ਬੇਟਾ, ਇਸ ਤੋਂ ਬਾਅਦ ਇੱਕ ਛੋਟਾ ਜਿਹਾ ਟੌਪਿਕ ਆਪਣਾ ਹੋਰ ਹੈਗਾ, ਉਹ ਹੈਗਾ ਹਾਈਡਰੋਕਾਰਬਨਸ। ਕਾਰਬਨ ਦੇ ਯੌਗਿਕਾਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਕਾਰਬਨ ਦੇ ਜਿਹੜੇ ਯੌਗਿਕ ਹੈ ਉਹਨਾਂ ਦੇ ਵਿੱਚ ਸਭ ਤੋਂ ਸਟਾਰਟਿੰਗ ਜਿਹੜੀ ਆਪਾਂ ਡਿਸਕਸ ਕਰਦੇ ਹੈਗੇ, ਸਿੰਪਲ ਜਿਹੜੇ ਯੌਗਿਕ ਹੁੰਦੇ ਨੇ ਉਹ ਕਾਰਬਨ ਦੇ ਯੌਗਿਕ ਹਾਈਡਰੋਜਨ ਦੇ ਨਾਲ ਹੁੰਦੇ ਨੇ। ਕਾਰਬਨ ਦੇ ਜਿਹੜੇ ਪਹਿਲੇ ਯੌਗਿਕ ਨੇ ਉਹ ਕਾਹਦੇ ਨਾਲ ਹੁੰਦੇ ਨੇ, ਹਾਈਡਰੋਜਨ ਦੇ ਨਾਲ ਪਹਿਲੇ ਯੌਗਿਕ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਆ ਕਿ ਹਾਈਡਰੋਕਾਰਬਨਸ। ਕਾਰਬਨ ਦੇ ਜਿਹੜੇ ਹਾਈਡਰੋਜਨ ਦੇ ਨਾਲ ਯੌਗਿਕ ਹੁੰਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਕਿ ਹਾਈਡਰੋਕਾਰਬਨਸ। ਬੇਟਾ ਹਾਈਡਰੋਕਾਰਬਨ ਦੀ ਗੱਲ ਕਰੀਏ, ਹਾਈਡਰੋਕਾਰਬਨ ਕੀ ਨੇ ਫਿਰ? ਕਾਰਬਨ ਦੇ ਹਾਈਡਰੋਜਨ ਦੇ ਨਾਲ ਯੌਗਿਕ। ਠੀਕ ਹੈ, ਹਾਈਡਰੋਕਾਰਬਨ, ਕਾਰਬਨ ਕੰਪਾਊਂਡਸ ਆਫ ਕਾਰਬਨ ਐਂਡ ਹਾਈਡਰੋਜਨ ਆਰ ਨੋਨ ਐਜ਼ ਹਾਈਡਰੋਕਾਰਬਨਸ। ਠੀਕ ਹੈ ਬੇਟਾ,
ਇਹਨੂੰ ਅਸੀਂ ਜਨਰਲੀ ਮੋਸਟਲੀ ਦੋ ਟਾਈਪ ਦੇ ਵਿੱਚ ਡਿਵਾਈਡ ਕਰ ਦਿਆਂਗੇ, ਦੋ ਪਾਰਟਸ ਦੇ ਵਿੱਚ, ਦੋ ਹਿੱਸਿਆਂ ਦੇ ਵਿੱਚ ਇਹਨੂੰ ਵੰਡ ਦਿਆਂਗੇ। ਪਹਿਲਾ ਸਾਡੇ ਕੋਲ ਕੀ ਹੁੰਦਾ, ਸੰਤ੍ਰਿਪਤ ਹਾਈਡਰੋਕਾਰਬਨਸ, ਸੰਤ੍ਰਿਪਤ ਹਾਈਡਰੋਕਾਰਬਨਸ। ਦੂਸਰਾ ਸਾਡੇ ਕੋਲ ਕੀ ਹੁੰਦਾ, ਅਸੰਤ੍ਰਿਪਤ ਹਾਈਡਰੋਕਾਰਬਨਸ। ਦੂਸਰਾ ਸਾਡੇ ਕੋਲ ਹੈਗਾ ਅਸੰਤ੍ਰਿਪਤ ਹਾਈਡਰੋਕਾਰਬਨਸ। ਸੰਤ੍ਰਿਪਤ ਨੂੰ ਅਸੀਂ ਸੈਚੂਰੇਟਿਡ ਕਹਿੰਦੇ ਹਾਂ, ਅਤੇ ਅਸੰਤ੍ਰਿਪਤ ਨੂੰ ਅਸੀਂ ਅਨਸੈਚੂਰੇਟਿਡ ਕਹਿੰਦੇ ਹੈਗੇ। ਠੀਕ ਹੈ ਬੇਟਾ। ਤਾਂ ਸੰਤ੍ਰਿਪਤ ਕੀ ਹੁੰਦੇ ਨੇ, ਜਦੋਂ ਕਾਰਬਨ ਦੇ ਦੂਜੀ ਕਾਰਬਨ ਦੇ ਨਾਲ ਸਾਰੇ ਦੇ ਸਾਰੇ ਕਹਿਰੇ ਬੰਧਨ ਹੋਣ, ਜਦੋਂ ਕਾਰਬਨ ਦੇ ਦੂਜੀ ਕਾਰਬਨ ਦੇ ਨਾਲ ਸਾਰੇ ਦੇ ਸਾਰੇ ਕਹਿਰੇ ਬੰਧਨ ਹੋਣ, ਸਿੰਗਲ ਬੌਂਡਸ ਹੋਣ, ਉਹਨੂੰ ਅਸੀਂ ਸੰਤ੍ਰਿਪਤ ਹਾਈਡਰੋਕਾਰਬਨਸ ਕਹਿੰਦੇ ਹਾਂ। ਉਹਨੂੰ ਅਸੀਂ ਸੈਚੂਰੇਟਿਡ ਹਾਈਡਰੋਕਾਰਬਨਸ ਕਹਿੰਦੇ ਹਾਂ। ਸੈਚੂਰੇਟਿਡ ਹਾਈਡਰੋਕਾਰਬਨਸ ਕੀ ਹੁੰਦੇ ਆ, ਜਦੋਂ ਕਾਰਬਨ ਦੂਸਰੀ ਕਾਰਬਨ ਦੇ ਨਾਲ ਸਿੰਗਲ ਬੌਂਡ ਦੇ ਨਾਲ ਜੁੜੀਆਂ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਸੈਚੂਰੇਟਿਡ ਹਾਈਡਰੋਕਾਰਬਨ ਕਹਿੰਦੇ ਹਾਂ। ਜਦੋਂ ਕਾਰਬਨ ਦੂਸਰੀਆਂ ਕਾਰਬਨ ਦੇ ਨਾਲ ਦੂਰੇ ਜਾਂ ਤੀਰੇ ਬੰਧਨ ਨਾਲ ਜੁੜਿਆ, ਜਦੋਂ ਤੁਹਾਡੀ ਜਿਹੜੀ ਹੈਗੀ ਹੈ ਲੜੀ, ਉਹਦੇ ਵਿੱਚ ਇੱਕ ਵੀ ਦੂਰਾ ਜਾਂ ਤੀਰਾ ਬੰਧਨ ਹੋਵੇ, ਇੱਕ ਵੀ ਦੂਰਾ ਜਾਂ ਤੀਰਾ ਬੰਧਨ ਹੋ ਜੇ, ਚਾਹੇ ਬਾਕੀ ਸਾਰੇ ਕਹਿ ਰਹੇ ਹੈ, ਤਾਂ ਉਹ ਤੁਹਾਡਾ ਜਿਹੜਾ ਯੌਗਿਕ ਹੈ ਉਹ ਕੀ ਬਣ ਜਾਂਦਾ, ਅਸੰਤ੍ਰਿਪਤ, ਜਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ, ਅਨਸੈਚੂਰੇਟਿਡ ਹਾਈਡਰੋਕਾਰਬਨ ਬਣ ਜਾਂਦਾ ਉਹ ਆਪਣਾ। ਠੀਕ ਹੈ ਬੇਟਾ। ਅਤੇ ਸੈਚੂਰੇਟਿਡ ਜਿਹੜਾ ਹੁੰਦਾ, ਸੈਚੂਰੇਟਿਡ ਇਹਨੂੰ ਅਸੀਂ ਅਲਕੇਨਸ ਦੇ ਨਾਮ ਨਾਲ ਜਾਣਦੇ ਹਾਂ। ਅਲਕੇਨਸ ਦੇ ਨਾਮ ਨਾਲ ਜਿਹੜੇ ਆਪਣੇ ਸੈਚੂਰੇਟਿਡ ਹਾਈਡਰੋਕਾਰਬਨਸ ਹੁੰਦੇ ਆ, ਇਹਨਾਂ ਨੂੰ ਅਸੀਂ ਅਲਕੇਨਸ, ਇਹਨਾਂ ਦਾ ਜਨਰਲ ਨਾਮ ਜਿਹੜਾ ਹੁੰਦਾ ਹੈਗਾ ਉਹ ਕੀ ਹੁੰਦਾ, ਅਲਕੇਨਸ ਹੁੰਦੀਆਂ ਨੇਗੀਆਂ ਉਹ। ਠੀਕ ਹੈ। ਅਤੇ ਉਹਨੂੰ ਅਸੀਂ ਜਨਰਲ ਨਾਮ ਇਹਦਾ ਕੀ ਹੁੰਦਾ, ਅਲਕੇਨਸ, ਠੀਕ ਹੈ। ਨਾਮ ਜਦੋਂ ਆਪਾਂ ਇਹਦੇ ਨਾਮਕਰਨ ਕਰਾਂਗੇ, ਨੇਮਿੰਗ ਕਰਾਂਗੇ, ਉਦੋਂ ਵੀ ਤੁਹਾਨੂੰ ਪਤਾ ਚੱਲੂਗਾ ਵੀ ਅਲਕੇਨਸ ਦਾ ਕੀ ਯੂਜ਼ ਹੈ। ਤਾਂ ਇਸ ਨਾਮ ਨੂੰ ਯੂਜ਼ ਕਰਕੇ ਆਪਾਂ ਉਹਨਾਂ ਦੀ ਨੇਮਿੰਗ ਕਰਾਂਗੇ। ਅਤੇ ਬਟ ਜਿਹੜੇ ਬੇਟਾ ਅਸੰਤ੍ਰਿਪਤ ਹੁੰਦੇ ਆ, ਉਹ ਅੱਗੇ ਦੋ ਤਰ੍ਹਾਂ ਦੇ ਹੁੰਦੇ ਆ। ਜਦੋਂ ਤੁਹਾਡੇ ਕੋਲ ਦੂਰੇ ਬੰਧਨ ਨੇ, ਤੁਹਾਡੀ ਲੜੀ ਦੇ ਵਿੱਚ ਦੂਰਾ ਬੰਧਨ ਹੈ, ਤਾਂ ਉਸ ਨੂੰ ਅਸੀਂ ਅਲਕੀਨ ਕਹਿੰਦੇ ਹਾਂ। ਪਰ ਜੇ ਤੁਹਾਡੀ ਲੜੀ ਦੇ ਵਿੱਚ ਤੀਰਾ ਬੰਧਨ ਆ ਜੇ, ਕਿਤੇ ਵੀ ਤੀਰਾ ਬੰਧਨ ਆ ਜੇ, ਤਾਂ ਉਹ ਸਾਡੇ ਕੀ ਕਹਿਲਾਉਂਦੇ ਨੇ, ਅਲਕਾਈਨਸ ਕਹਿਲਾਉਂਦੇ ਨੇ। ਉਹ ਕੀ ਕਹਿਲਾਉਂਦੇ ਨੇ, ਅਲਕਾਈਨਸ ਕਹਿਲਾਉਂਦੇ ਨੇ। ਜੇ ਦੂਰਾ ਬੰਧਨ ਹੈ ਅਲਕੀਨ, ਜੇ ਤੀਰਾ ਬੰਧਨ ਆ ਜੇ ਕਿਤੇ ਵੀ ਲੜੀ ਦੇ ਵਿੱਚ, ਤਾਂ ਉਹ ਕੀ ਕਹਿਲਾਉਂਦੇ ਨੇ, ਅਲਕਾਈਨਸ। ਦੂਜੀ ਗੱਲ ਬੇਟਾ, ਜਿਹੜੇ ਅਲਕੇਨਸ ਹੈਗੇ, ਅਲਕੇਨਸ ਨੂੰ ਅਸੀਂ ਜਨਰਲ ਫਾਰਮੂਲਾ CnH2n+2 ਦੇ ਨਾਲ ਲਿਖਦੇ ਹਾਂ, CnH2n+2 ਦੇ ਨਾਲ। ਅਤੇ ਅਲਕੀਨ ਨੂੰ ਜਿਹੜਾ ਹੈਗਾ ਅਸੀਂ CnH2n ਦੇ ਨਾਲ ਲਿਖਦੇ ਹਾਂ। ਕਹਿਣ ਦਾ ਮਤਲਬ ਜਿੰਨੀਆਂ ਕਾਰਬਨ ਨੇ ਉਸ ਤੋਂ ਦੁੱਗਣੀਆਂ ਹਾਈਡਰੋਜਨ ਹੋਣਗੀਆਂ ਅਲਕੀਨ ਦੇ ਵਿੱਚ, ਅਤੇ ਅਲਕੇਨ ਦੇ ਵਿੱਚ ਜਿੰਨੀਆਂ ਕਾਰਬਨ ਨੇ ਉਸ ਤੋਂ ਦੁੱਗਣੀਆਂ ਤੋਂ ਦੋ ਜ਼ਿਆਦਾ ਤੁਹਾਡੇ ਕੋਲ ਕੀ ਹੋਣਗੀਆਂ, ਜਿਹੜੀਆਂ ਹਾਈਡਰੋਜਨਸ ਹੋਣਗੀਆਂ। ਅਤੇ ਅਲਕਾਈਨ ਫਿਰ ਬੇਟਾ ਕੀ ਬਣਦਾ, ਅਲਕਾਈਨ ਬਣਦਾ CnH2n-2, ਮਤਲਬ ਜਿੰਨੀਆਂ ਕਾਰਬਨ ਨੇ ਉਸ ਤੋਂ ਜਿਹੜੀ ਹਾਈਡਰੋਜਨ ਹੈ ਉਹਦੀ ਦੁੱਗਣੀਆਂ ਤੋਂ ਦੋ ਘੱਟ ਹੋਣਗੀਆਂ। ਕਿ ਤੀਰਾ ਬੰਧਨ ਆ ਗਿਆ ਨਾ, ਦੋ ਹਾਈਡਰੋਜਨ ਉੱਪਰ ਵਾਲੇ ਦੇ ਨਾਲੋਂ ਹੋਰ ਵੀ ਘੱਟ ਜਾਂਦੀਆਂ ਨੇਗੀਆਂ। ਇਸ ਤਰ੍ਹਾਂ ਦੇ ਜਿਹੜੇ ਯੌਗਿਕ ਬਣਦੇ ਨੇ, ਤੁਹਾਡੇ ਕੋਲ ਕੰਪਾਊਂਡਸ ਬਣਦੇ ਨੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਅਲਕਾਈਨਸ ਕਹਿੰਦੇ ਹਾਂ। ਤਾਂ ਤੁਹਾਡੇ ਕੋਲ ਜਿਹੜੇ ਹਾਈਡਰੋਕਾਰਬਨਸ ਹੈ, ਬੇਸਿਕਲੀ ਅਸੀਂ ਉਹਨੂੰ ਦੋ ਪਾਰਟਸ ਦੇ ਵਿੱਚ ਕੱਢਿਆ। ਦੋ ਮੇਜਰ ਟਾਈਪਸ ਨੇ ਆਪਣੀਆਂ, ਸੰਤ੍ਰਿਪਤ ਅਤੇ ਅਸੰਤ੍ਰਿਪਤ, ਸੈਚੂਰੇਟਿਡ ਅਤੇ ਅਨਸੈਚੂਰੇਟਿਡ। ਸੈਚੂਰੇਟਿਡ ਨੂੰ ਅਸੀਂ ਅਲਕੇਨ ਕਿਹਾ, ਜਿਹਦੇ ਵਿੱਚ ਸਾਰੇ ਦੇ ਸਾਰੇ ਸਿੰਗਲ ਬੌਂਡ ਨੇ। ਅਨਸੈਚੂਰੇਟਿਡ ਜਦੋਂ ਡਬਲ ਬੌਂਡ ਆ ਜਾਏ ਅਲਕੀਨ ਕਿਹਾ, ਜਦੋਂ ਟ੍ਰਿਪਲ ਬੌਂਡ ਆ ਗਿਆ ਅਲਕਾਈਨ ਕਿਹਾ। ਜਨਰਲ ਫਾਰਮੂਲਾ ਜ਼ਰੂਰ ਯਾਦ ਰੱਖਣਾ, ਪੇਪਰ ਦੇ ਵਿੱਚ ਕਈ ਵਾਰ ਪੁੱਛ ਲਿਆ ਜਾਂਦਾ ਹੈ, ਅਤੇ ਤੁਹਾਨੂੰ ਜਦੋਂ ਇਹਦੀ ਨਾਮਕਰਨ ਤੁਸੀਂ ਕਰਨਾ ਹੈਗਾ, ਉਦੋਂ ਵੀ ਤੁਹਾਨੂੰ ਇਹਦੀ ਹੈਲਪ ਮਿਲਦੀ ਹੈ। ਤਾਂ ਬੇਟਾ ਜੇ ਇਹਦੇ ਵਿੱਚ ਆਪਾਂ ਇਹਨਾਂ ਦੀ ਕਿਰਿਆਸ਼ੀਲਤਾ ਦੀ ਗੱਲ ਕਰੀਏ, ਤਾਂ ਕਿਰਿਆਸ਼ੀਲਤਾ ਵਾਈਜ਼ ਜਿਹੜੇ ਆਪਣੇ ਸੰਤ੍ਰਿਪਤ ਹੁੰਦੇ ਹੈਗੇ, ਉਹ ਅਸੰਤ੍ਰਿਪਤ ਦੇ ਮੁਕਾਬਲੇ ਘੱਟ ਰਿਐਕਟਿਵ ਹੁੰਦੇ ਆ। ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਜਿਹੜੇ ਅਨਸੈਚੂਰੇਟਿਡ ਮਤਲਬ ਅਸੰਤ੍ਰਿਪਤ ਜਿਹੜੇ ਹਾਈਡਰੋਕਾਰਬਨਸ ਹੁੰਦੇ ਹੈ, these are more reactive than saturated hydrocarbons। ਜਿਹੜੇ ਅਸੰਤ੍ਰਿਪਤ ਹਾਈਡਰੋਕਾਰਬਨਸ ਹੁੰਦੇ ਆ, ਉਹ ਸੰਤ੍ਰਿਪਤ ਦੇ ਮੁਕਾਬਲੇ ਜ਼ਿਆਦਾ ਕਿਰਿਆਸ਼ੀਲ ਹੁੰਦੇ ਨੇ। ਹੁਣ ਬੇਟਾ ਆਪਾਂ ਇਹ ਗੱਲ ਕਰਦੇ ਹਾਂ ਵੀ ਜਿਹੜੇ ਇਹ ਹਾਈਡਰੋਕਾਰਬਨ ਨੇ, ਕਾਰਬਨ ਅਤੇ ਹਾਈਡਰੋਜਨ ਦੇ ਜਿਹੜੇ ਕੰਪਾਊਂਡਸ ਨੇ, ਇਹ ਬੇਸਿਕਲੀ ਆਪਣੇ ਕੋਲ ਤਿੰਨ ਰੂਪ ਦੇ ਵਿੱਚ, ਤਿੰਨ ਤਰ੍ਹਾਂ ਦੇ ਨਾਲ ਆਪਾਂ ਇਹਨਾਂ ਨੂੰ ਸਟਰਕਚਰ ਇਹਨਾਂ ਦੇ ਪੋਸੀਬਲ ਹੋ ਸਕਦੇ ਨੇ। ਕਿਸ ਤਰ੍ਹਾਂ? ਪਹਿਲਾ ਕੀ ਹੈ, ਲੜੀਆਂ ਦੇ ਵਿੱਚ, ਲੜੀਆਂ ਦੇ ਰੂਪ ਦੇ ਵਿੱਚ ਆਪਾਂ ਨੂੰ ਇਹਦੇ ਸਟਰਕਚਰ ਦਿਖਣਗੇ, ਲੜੀਆਂ ਦਿਖਣਗੀਆਂ। ਠੀਕ ਹੈ, ਲੜੀਆਂ ਜਿਹਨੂੰ ਅਸੀਂ ਕੀ ਕਹਿੰਦੇ ਆਗੇ, ਚੇਨਸ। ਲੜੀਆਂ ਨੂੰ ਅਸੀਂ ਕੀ ਕਹਿੰਦੇ ਆ, ਚੇਨਸ ਕਹਿੰਦੇ ਆਗੇ। ਤਾਂ ਬੇਟਾ ਚੇਨਸ ਮਤਲਬ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਲੜੀਆਂ ਦੇ ਰੂਪ ਦੇ ਵਿੱਚ ਕਾਰਬਨ ਦੇ ਯੌਗਿਕ ਹੋ ਸਕਦੇ ਨੇ, ਜਿਨ੍ਹਾਂ ਨੂੰ ਅਸੀਂ ਹਾਈਡਰੋਕਾਰਬਨ ਕਹਿੰਦੇ ਹਾਂ। ਇਹ ਹਾਈਡਰੋਕਾਰਬਨ ਲੜੀਆਂ ਦੇ ਰੂਪ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੇ ਨੇ। ਠੀਕ ਹੈ, ਪਹਿਲੀ ਇਹ ਟਾਈਪ ਆ ਗਈ। ਦੂਜੀ ਟਾਈਪ ਦੇ ਵਿੱਚ ਤੁਹਾਡੇ ਕੋਲ ਕੀ ਹੈ, ਸ਼ਾਖਾਵਾਂ। ਇਹ ਲੜੀਆਂ ਕੀ ਹੈ,
ਇਹਨਾਂ ਲੜੀਆਂ ਦੀਆਂ ਸ਼ਾਖਾਵਾਂ ਪੋਸੀਬਲ ਹੋ ਸਕਦੀਆਂ ਨੇਗੀਆਂ। ਕਿਵੇਂ ਬੇਟਾ ਦੇਖੋ, ਜੇ ਆਹ ਕਾਰਬਨ ਹੈ, ਸਪੋਜ਼ ਮੇਰੇ ਕੋਲ ਆ ਜਿਹੜੀ ਪਹਿਲੀ ਲੜੀ ਸੀ ਇਹ ਤੁਹਾਡੇ ਕੋਲ 6 ਕਾਰਬਨ ਵਾਲੀ ਸੀ। ਹੁਣ ਇਹੀ 6 ਕਾਰਬਨ ਵਾਲੀ ਲੜੀ ਨੂੰ ਮੈਂ 5 ਇਹਦੀਆਂ ਸਿੰਪਲ ਚੇਨ ਦੇ ਵਿੱਚ ਲਾ ਦਾਂ ਅਤੇ ਇੱਕ ਇਹਦੀ ਸ਼ਾਖਾ ਲਾ ਦਾਂ, ਜਾਂ ਇਹ ਵੀ ਪੋਸੀਬਲ ਹੈ ਵੀ ਇਹਦੇ ਵਿੱਚ ਆਹ ਵਾਲੀ ਜਿਹੜੀ ਕਾਰਬਨ ਹੈ ਇਹ ਵੀ ਸ਼ਾਖਾ ਦੇ ਰੂਪ ਦੇ ਵਿੱਚ ਆ ਗਏ। ਠੀਕ ਹੈ, ਤਾਂ ਬੇਟਾ ਇਸ ਤਰ੍ਹਾਂ ਦੇ ਜਿਹੜੇ ਯੋਗਿਕ ਹੈ ਇਹ ਵੀ ਆਪਣੇ ਜਿਹੜੇ ਹੁੰਦੇ ਆ ਹਾਈਡਰੋਕਾਰਬਨ ਹੁੰਦੇ ਆ। ਇਹਨਾਂ ਨੂੰ ਅਸੀਂ ਸ਼ਾਖਾਵਾਂ ਜਾਂ ਫਿਰ ਬ੍ਰਾਂਚਡ ਹਾਈਡਰੋਕਾਰਬਨਸ ਕਹਿੰਦੇ ਹੈਗੇ। ਇਹਨਾਂ ਨੂੰ ਆਪਾਂ ਬ੍ਰਾਂਚਡ ਹਾਈਡਰੋਕਾਰਬਨਸ ਜਾਂ ਸ਼ਾਖਾਵਾਂ ਵਾਲੇ ਹਾਈਡਰੋਕਾਰਬਨਸ ਹੋ ਗਏ, ਇਹ ਚੇਨਸ ਵਾਲੇ ਹਾਈਡਰੋਕਾਰਬਨਸ ਹੋ ਗਏ, ਇਹ ਤੁਹਾਡੇ ਬ੍ਰਾਂਚਡ ਹਾਈਡਰੋਕਾਰਬਨਸ ਹੋ ਗਏ। ਅਤੇ ਥਰਡ ਬੇਟਾ ਜਿਹੜਾ ਹੈਗਾ ਥਰਡ ਤੁਹਾਡੇ ਕੋਲ ਹੁੰਦੇ ਛੱਲੇ। ਛੱਲੇ ਮਤਲਬ ਚੇਨਸ। ਛੱਲੇ ਮਤਲਬ ਕੀ ਹੈ? ਚੇਨਸ। ਬੇਟਾ ਇਹਦੇ ਵਿੱਚ ਤੁਹਾਡੇ ਕੋਲ ਕੀ ਹੈ, ਜਿਹੜਾ ਕਾਰਬਨ ਹੈ ਉਹਨੇ ਕੀ ਬਣਾਏ ਹੋਏ ਆ? ਛੱਲੇ ਬਣਾਏ ਹੋਏ ਆ, ਚੇਨਸ ਦੇ ਵਿੱਚ ਜੁੜੀਆਂ ਹੋਈਆਂ ਨੇ ਕੀਆਂ। ਠੀਕ ਹੈ, ਅਤੇ ਆਹ ਜਿਹੜੀ ਮੈਨੇ ਚੇਨ ਬਣਾਈ ਹੈ ਇਹ 5 ਕਾਰਬਨ ਵਾਲੀ ਹੈ। ਦੇਖੋ 1 2 3 4 5। ਇਹਨੂੰ ਕਈ ਵਾਰ ਤੁਹਾਡੇ ਕੋਲ ਸਧਾਰਨ ਰੂਪ ਦੇ ਵਿੱਚ ਐਂ ਲਿਖ ਕੇ ਵੀ ਦਿੱਤਾ ਜਾਂਦਾ ਹੈਗਾ, ਤਾਂ ਕਈ ਵਾਰ ਇਹ ਇਸ ਤਰ੍ਹਾਂ ਦਿੱਤਾ ਜਾਂਦਾ। ਤਾਂ ਆਹ ਜਿਹੜਾ ਹਰ ਇੱਕ ਕੋਰਨਰ ਹੈ ਇਹ ਕੋਰਨਰ ਆਪਣਾ ਰੀਪ੍ਰਜੈਂਟ ਕਰਦਾ ਹੈਗਾ ਕਾਰਬਨ ਨੂੰ। ਹਰ ਇੱਕ ਕੋਰਨਰ ਦਾ ਮਤਲਬ ਕੀ ਹੁੰਦਾ ਹੈ? ਕਾਰਬਨ ਹੁੰਦਾ ਹੈਗਾ। ਠੀਕ ਹੈ ਬੇਟਾ, ਤਾਂ ਆਪਣੇ ਕੋਲ ਜਿਹੜੇ ਹਾਈਡਰੋਕਾਰਬਨ ਹੈ ਲੜੀਆਂ ਦੇ ਵਿੱਚ ਵੀ ਪੋਸੀਬਲ ਹੋ ਸਕਦੇ ਆ, ਚੇਨਸ ਦੇ ਵਿੱਚ ਜਿਹੜੀਆਂ ਸਧਾਰਨ ਚੇਨਸ ਦੇ ਵਿੱਚ ਸਿੱਧੀਆਂ ਚੇਨਸ, ਬ੍ਰਾਂਚ ਮਤਲਬ ਆਪਣੇ ਜਿਹੜੀਆਂ ਸ਼ਾਖਾਵਾਂ ਨੇ, ਅਤੇ ਤੁਹਾਡੇ ਕੋਲ ਜਿਹੜੇ ਆ ਛੱਲਿਆਂ ਦੇ ਰੂਪ ਦੇ ਵਿੱਚ ਵੀ ਮੌਜੂਦ ਹੋ ਸਕਦੇ ਨੇ। ਤਾਂ ਬੇਟਾ ਜਿਹੜਾ ਤੁਹਾਡੇ ਕੋਲ ਇਹ ਅੱਜ ਆਪਾਂ ਡਿਸਕਸ ਕੀਤਾ, ਇਹਨਾਂ ਦਾ ਨਾਮਕਰਨ ਕਿਵੇਂ ਹੋਣਗੇ, ਕਿਵੇਂ ਇਹਨਾਂ ਦੇ ਨਾਲ ਜਿਹੜੇ ਰਿਲੇਟਡ ਕੁਐਸਚਨ ਹੈਗੇ ਉਹ ਆਪਣੇ ਪੇਪਰ ਦੇ ਵਿੱਚ ਆਉਂਦੇ ਹੈਗੇ, ਉਹਦੀ ਬਾਰੇ ਵਿੱਚ ਆਪਾਂ ਗੱਲ ਕਰਾਂਗੇ। ਠੀਕ ਹੈ, ਤਾਂ ਇਹਦੇ ਵਿੱਚ ਜਿਹੜੇ ਕੁਐਸਚਨ ਹੈਗੇ ਬਹੁਤ ਵਾਰ ਆਉਂਦੇ ਹੈਗੇ ਵੀ ਤੁਹਾਡੇ ਕੋਲ ਇਹ ਵੀ ਪੁੱਛਿਆ ਜਾਂਦਾ ਹੈ ਵੀ ਕਾਰਬਨ ਦੇ ਤੁਹਾਨੂੰ ਕੋਈ ਮੋਲੀਕਿਊਲ ਦਿੱਤਾ ਹੁੰਦਾ ਹੈਗਾ, ਕੋਈ ਤੱਤ ਦਿੱਤਾ ਹੁੰਦਾ ਵੀ ਕਾਰਬਨ ਦੇ ਕਿੰਨੇ ਜਿਹੜੇ ਹੈਗੇ ਨੇ ਇਹਦੇ ਵਿੱਚ ਸਹਿਸੰਯੋਜੀ ਬੰਧਨ ਬਣੇ ਹੋਏ ਨੇ, ਕੁੱਲ ਸਹਿਸੰਯੋਜੀ ਬੰਧਨਾਂ ਦੀ ਸੰਖਿਆ ਕਿੰਨੀ ਹੈਗੀ। ਠੀਕ ਹੈ, ਇਸ ਤਰ੍ਹਾਂ ਦੇ ਕੁਐਸਚਨ ਆ ਜਾਂਦੇ ਨੇ। ਜਾਂ ਕਿੱਥੇ ਇੱਥੇ ਦੂਹਰਾ ਬੰਧਨ ਹੈ, ਕਿੱਥੇ ਤੀਹਰਾ ਬੰਧਨ ਹੈ, ਕਿੰਨੇ ਦੂਹਰੇ ਬੰਧਨ ਨੇ, ਕਿੰਨੇ ਤੀਹਰੇ ਬੰਧਨ ਨੇ, ਇਸ ਤਰ੍ਹਾਂ ਦੇ ਡਬਲ ਟ੍ਰਿਪਲ ਬੌਂਡਸ ਬਾਰੇ ਤੁਹਾਡੇ ਕੋਲ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਦੇ ਨੇ। ਠੀਕ ਹੈ ਬੇਟਾ, ਅਤੇ ਇਹਦਾ ਜਿਹੜਾ ਹੈਗਾ ਬਾਕੀ ਬਚਿਆ ਹੋਇਆ ਲੈਕਚਰ ਆਪਾਂ ਪਾਰਟ 2 ਦੇ ਵਿੱਚ ਡਿਸਕਸ ਕਰਾਂਗੇ। ਅੱਜ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਥੈਂਕ ਯੂ।